ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ ਆਈਏਐਸ ਸਰਦਾਰ ਗੁਰਤੇਜ ਸਿੰਘ ਮੌਜੂਦ ਨੇ। ਗੱਲਬਾਤ ਮੌਜੂਦਾ ਸੰਯੁਕਤ ਸਮਾਜ ਮੋਰਚਾ ਜੋ ਕਿਸਾਨਾਂ ਨੇ ਮੋਰਚਾ ਬਣਾਇਆ ਕਿ ਇਹਦੇ ਤਹਿਤ ਅਸੀਂ ਚੋਣ ਮੈਦਾਨ ਦੇ ਵਿੱਚ ਉਤਰਨਾ। ਅਰਵਿੰਦ ਕੇਜਰੀਵਾਲ ਹੁਣੀ ਇਹਦੇ ਉੱਤੇ ਕੀ ਕਹਿ ਰਹੇ ਨੇ ਤੇ ਅੱਜ ਜਿਹੜੇ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਬਿਆਨ ਜਿਸ ਤਰੀਕੇ ਨਾਲ ਚੱਲ ਰਹੇ ਨੇ ਉਹਦੇ ਤੋਂ ਲੱਗਦਾ ਹੈ ਕਿ ਗੱਲਬਾਤ ਜਿਹੜੀ ਆ ਉਹ ਸਿਰਫ ਤੇ ਸਿਰਫ ਸੰਯੁਕਤ ਸਮਾਜ ਮੋਰਚੇ ਤੱਕ ਹੀ ਅਟਕ ਗਈ ਆ। ਕਿਸੇ ਨਾਲ ਕੋਈ ਗੱਠਜੋੜ ਹੋਣ ਦੀ ਸੰਭਾਵਨਾ ਜਿਹੜੀ ਉਹ ਨਜ਼ਰ ਨਹੀਂ ਆਉਂਦੀ। ਜਦੋਂ ਰਾਜੇਵਾਲ ਸਾਹਿਬ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਚੋਣਾਂ ਜਿੱਤਣ ਦਾ ਅਸਰ ਇਹ ਆ ਕਿ ਉੱਥੇ ਕਿਸਾਨੀ ਅੰਦੋਲਨ ਕਰਕੇ ਹੀ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਪਿੱਛੇ ਧੱਕਿਆ ਆ। ਆਮ ਆਦਮੀ ਪਾਰਟੀ ਨੂੰ ਇਸ ਬਾਰੇ ਸਮਝ ਲੈਣਾ ਚਾਹੀਦਾ ਆ। ਤਾਂ ਕਲੀਅਰ ਇਸ ਗੱਲ ਤੋਂ ਸਾਫ਼ ਹੋ ਜਾਂਦਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸੰਯੁਕਤ ਸਮਾਜ ਮੋਰਚਾ ਕਿਸ ਢੰਗ ਦੇ ਨਾਲ ਅੱਗੇ ਵਧਣ ਦੇ ਲਈ ਤਿਆਰ ਹੈ। ਪਰ ਇਹਦੇ ਵਿਚਾਲੇ ਜਦੋਂ ਸਿਆਸੀ ਰਵਾਇਤੀ ਪਾਰਟੀਆਂ ਬੈਠੀਆਂ ਨੇ, ਬੀਜੇਪੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਚਿਹਰਾ ਲੈ ਕੇ ਪੰਜਾਬ 'ਚ ਵਿਚਰੇਗੀ ਤੇ ਕਾਂਗਰਸ ਦਾ ਜਿਹੜਾ ਘਮਾਸਾਨ ਹੈ, ਇਹ ਸਾਰੇ ਦਾ ਅਸਰ ਕਿਸ ਤਰ੍ਹਾਂ ਦਾ ਪੰਜਾਬ ਦੇ ਲੋਕਾਂ ਦੇ ਸਿਆਸੀ ਭਵਿੱਖ ਦੇ ਉੱਤੇ, ਪੰਜਾਬ ਦੇ ਲੋਕਾਂ ਦੇ ਆਮ ਭਵਿੱਖ ਦੇ ਉੱਤੇ ਪਵੇਗਾ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਗੁਰਤੇਜ ਸਿੰਘ ਜੀ। ਥੈਂਕ ਯੂ ਸੁਖਿੰਦਰ ਜੀ। ਜੀ ਗੁਰਤੇਜ ਸਿੰਘ ਜੀ, ਸ਼ੁਰੂ ਤੋਂ ਇਹੀ ਗੱਲ ਸੀ ਕਿ ਕਿਸਾਨਾਂ ਨੂੰ ਚੋਣਾਂ ਦੇ ਵਿੱਚ ਖੜਨਾ ਚਾਹੀਦਾ ਆ, ਤਾਂ ਹੀ ਜਿਹੜਾ ਉਹ ਰਵਾਇਤੀ ਪਾਰਟੀਆਂ ਨੂੰ ਟੱਕਰ ਦੇ ਕੇ ਉਹ ਆਪਣੀਆਂ ਮੰਗਾਂ ਨੂੰ ਹੋਰ ਉਭਾਰ ਸਕਣਗੇ। ਵਿਧਾਨ ਸਭਾ 'ਚ, ਲੋਕ ਸਭਾ 'ਚ ਜਾਣਾ ਚਾਹੀਦਾ ਇਹਨਾਂ ਨੂੰ। ਹੁਣ ਕਿਸਾਨ ਤਿਆਰ ਨੇ, ਪਰ ਜਿਸ ਤਰੀਕੇ ਨਾਲ ਰਾਜੇਵਾਲ ਸਾਹਿਬ ਉਹਨਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਉਹ ਤੋਂ ਏਦਾਂ ਲੱਗਦਾ ਕਿ ਇੱਕ ਸਟੈਪ ਜਿਹੜਾ ਉਹ ਪਿੱਛੇ ਹਟਣ ਦੇ ਲਈ ਵੀ ਅਗਲੇ ਸਮੇਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਾਇਦ ਇਹ ਫੈਸਲਾ ਕਹਿੰਦੇ ਕਾਹਲੀ ਦੇ ਵਿੱਚ ਲਿਆ ਗਿਆ ਕਿ ਚੋਣਾਂ ਦੇ ਵਿੱਚ ਖੜਨਾ ਹੈ ਤੇ ਸ਼ਾਇਦ ਹੁਣ ਵਾਪਸ ਵੀ ਹੋ ਜੇ, ਕਿਉਂਕਿ ਆਮ ਆਦਮੀ ਪਾਰਟੀ ਨਾਲ ਜਿਹੜਾ ਗੱਠਜੋੜ ਸੀਗਾ ਉਹ ਕੇਜਰੀਵਾਲ ਸਾਹਿਬ ਕਹਿੰਦੇ ਕਿ ਇਹੋ ਜਿਹੀ ਕੋਈ ਗੱਲ ਨਹੀਂ। ਰਾਜੇਵਾਲ ਸਾਹਿਬ ਵੀ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ। ਆਮ ਆਦਮੀ ਪਾਰਟੀ ਨੇ ਤਾਂ ਆਪਣੇ ਉਮੀਦਵਾਰ ਵੀ ਵੱਡੀ ਗਿਣਤੀ 'ਚ ਪੰਜਾਬ 'ਚ ਉਤਾਰ ਦਿੱਤੇ ਨੇ। ਇਹ ਮੈਨੂੰ ਤਾਂ ਕਾਹਲੀ ਦੇ ਵਿੱਚ ਚੁੱਕਿਆ ਕਦਮ ਨਹੀਂ ਲੱਗਦਾ, ਕਿਉਂਕਿ ਕਾਫੀ ਸਮਾਂ ਸੀ ਇਹਨਾਂ ਕੋਲੇ, ਸਾਲ ਭਰ ਉੱਥੇ ਬੈਠੇ ਰਹੇ ਤੇ ਵਿਚਾਰ ਕਰਦੇ ਰਹੇ ਹੋਣਗੇ। ਚੂਰਨੀ ਸਾਹਿਬ ਇੱਥੇ ਆਏ ਨੇ ਤੇ ਉਹਨਾਂ ਨੇ ਕਈ ਵਾਰੀ ਕਿਹਾ ਵੀ ਅਸੀਂ ਸਾਰੀਆਂ ਸੀਟਾਂ ਲੜਾਂਗੇ, ਤਾਂ ਇਹ ਇਹਨਾਂ ਦੀ ਸਹਿਮਤੀ ਨਾਲ ਹੀ, ਸਾਰਿਆਂ ਦੀ ਸਹਿਮਤੀ ਨਾਲ ਹੀ ਹੋ ਸਕਦਾ ਹੈ, ਵਰਨਾ ਉਹਨਾਂ ਨੂੰ ਕਿਹੜੀ ਲੋੜ ਸੀ ਇੱਥੇ ਆ ਕੇ ਇਸ ਤਰ੍ਹਾਂ ਦੇ ਬਿਆਨ ਦੇਣ ਦੀ। ਤੇ ਜਿਹੜਾ ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਦੇ ਨਾਲ, ਦੇਖੋ ਆਮ ਆਦਮੀ ਪਾਰਟੀ ਨੇ ਕੋਈ ਕਿਸਾਨ ਪੱਖੀ ਉੱਥੇ ਜਾਂ ਪੰਜਾਬ ਪੱਖੀ ਕੋਈ ਇਸ ਤਰ੍ਹਾਂ ਦੀ ਹਰਕਤ ਕੀਤੀ ਨਹੀਂ ਜਿਹਦੇ ਨਾਲ ਅਸੀਂ ਸਮਝੀਏ ਕਿ ਜੀ ਇਹ ਸਾਡੇ ਹਮਦਰਦ ਹਨਗੇ। ਤੇ ਪਿਛਲੇ ਸਮਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੋ ਰਿਕਾਰਡ ਰਿਹਾ ਉਹ ਇਹ ਰਿਹਾ ਕਿ ਇਹਨਾਂ ਨੇ ਇੰਨੇ ਸਾਰੇ ਬੰਦੇ ਇਹਨਾਂ ਨੂੰ ਮਿਲੇ, ਵੀ ਆਦਮੀ ਇਹਨਾਂ ਦੇ ਚੁਣੇ ਗਏ, ਤੇ ਲੇਕਿਨ ਕੋਈ ਪਰਫਾਰਮੈਂਸ ਇਹਨਾਂ ਦੀ ਹੈ ਨਹੀਂ ਸੀ। ਆਪੋਜੀਸ਼ਨ ਵੀ ਚੱਜਦੀ ਇਹ ਸਾਨੂੰ ਦੇ ਨਹੀਂ ਸਕੇ। ਤੇ ਬਾਕੀ ਸਾਰੀਆਂ ਰਵਾਇਤੀ ਪਾਰਟੀਆਂ ਦੇ ਬਾਰੇ ਜੋ ਇਹਨਾਂ ਦਾ ਰਵੱਈਆ ਹੈਗਾ ਤੁਸੀਂ ਦੇਖ ਹੀ ਚੁੱਕੇ ਹੋ। ਹੁਣ ਦੇਖੋ ਕਿਸ ਤਰ੍ਹਾਂ ਨਾਲ ਦਲ ਬਦਲੀ ਹੋ ਰਹੇ ਨੇ, ਇੱਕ ਮਿੰਟ ਦੇ ਉੱਤੇ ਇੱਕ ਪਾਰਟੀ ਛੱਡ ਕੇ ਦੂਸਰੀ, ਜਿਵੇਂ ਨਾ ਉਹ ਹੌਪ ਸਟੈਪ ਐਂਡ ਜੰਪ ਹੁੰਦਾ ਸੀਗਾ ਆਪਣੇ ਆਪਾਂ ਕਾਲਜ ਸਕੂਲ ਦੇ ਵਿੱਚ ਕਰਦੇ ਸਾਂ, ਉਸ ਤਰ੍ਹਾਂ ਦੀਆਂ ਕਾਰਵਾਈਆਂ ਆਪਣੇ ਆਗੂ ਲੋਕ ਕਰ ਰਹੇ ਨੇ। ਤਾਂ ਇਸ ਵੇਲੇ ਮੇਰਾ ਤਾਂ ਖਿਆਲ ਇਹ ਹੈ ਕਿ ਜੋ ਇਹਨਾਂ ਨੇ ਕਿਸਾਨਾਂ ਨੇ ਫੈਸਲਾ ਕੀਤਾ ਹੈ ਇਲੈਕਸ਼ਨ ਲੜਨ ਦਾ, ਕਿਉਂਕਿ ਇਹ ਵਾਜਬ ਨਹੀਂ ਕਿ ਤੁਸੀਂ ਪਹਿਲਾਂ ਤਾਂ ਸਰਕਾਰ ਨੂੰ ਕਹੋ ਕਿ ਸਾਡੇ ਹੱਕ ਦੇ ਵਿੱਚ ਆਹ ਕਰੋ, ਤੇ ਫਿਰ ਜਦੋਂ ਸਰਕਾਰ ਬਣਾਉਣ ਦਾ ਮੌਕਾ ਆਵੇ ਤੁਸੀਂ ਕਹੋ ਕਿ ਤੁਸੀਂ ਦੁਬਾਰੇ ਫਿਰ ਸਰਕਾਰ ਬਣਾ ਲਓ, ਫਿਰ ਦੁਬਾਰੇ ਅਸੀਂ ਤੁਹਾਡੇ ਵਰਖਲਾਫ ਲੜਾਂਗੇ। ਤਾਂ ਇਹ ਤਾਂ ਕੋਈ ਸੈਂਸੀਬਲ ਜਾਂ ਕੋਈ ਸਿਆਣੇ ਆਦਮੀ ਦਾ ਇਹ ਕੰਮ ਨਹੀਂ ਲੱਗਦਾ ਕਿ ਉਹਨਾਂ ਦੇ ਹੱਥ ਦੇ ਵਿੱਚ ਡੋਰ ਦੇ ਕੇ ਫਿਰ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਇਸ ਤਰ੍ਹਾਂ ਚਲਾਓ ਜਾਂ ਇਸ ਤਰ੍ਹਾਂ ਕਰੋ। ਤਾਂ ਇਹ ਇਹਨਾਂ ਵਾਸਤੇ ਜ਼ਰੂਰੀ ਸੀ ਕਿ ਨਵੇਂ ਚਿਹਰੇ ਵੀ ਹੋਣੇ ਚਾਹੀਦੇ। ਦੇਖੋ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ, ਪਿੱਛੇ ਜੇ ਇੱਥੇ ਇੱਕ ਬੰਬ ਚੱਲਿਆ ਲੁਧਿਆਣੇ, ਤੇ ਉਸ ਦੇ ਵਿੱਚ ਬਹਾਨਾ ਬਣਾ ਕੇ ਉਸ ਦਾ ਕਈ ਸਾਰੇ ਨੌਜਵਾਨ ਸਾਡੇ ਆਗੂਆਂ ਨੂੰ ਇਹਨਾਂ ਨੇ ਫੜ ਲਿਆ। ਤੇ ਹਰ ਸਾਲ ਇਸ ਤਰ੍ਹਾਂ ਹੁੰਦਾ ਹੈ, ਥੋੜੀ ਦੇਰ ਬਾਅਦ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਹਨ ਸਟੇਟ ਵੱਲੋਂ। ਇਹਦਾ ਮਤਲਬ ਇਹ ਹੈ ਕਿ ਸਟੇਟ ਕੋਈ ਸਿੱਖਾਂ ਦੀ ਜਾਂ ਪੰਜਾਬ ਦੀ ਨਵੀਂ ਲੀਡਰਸ਼ਿਪ ਨਹੀਂ ਉੱਭਰਨ ਦੇਣਾ ਚਾਹੁੰਦਾ। ਤਾਂ ਕਿਸਾਨਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਇਹ ਆਪਣੇ ਨਵੇਂ ਨੌਜਵਾਨ ਲੀਡਰ ਸਾਹਮਣੇ ਕਰਨ, ਤਾਂ ਕਿ ਉਹ ਕਾਫੀ ਦੇਰ ਤੱਕ ਲੋਕਾਂ ਦੀ ਸੇਵਾ ਕਰਦੇ ਰਹਿਣ। ਤੇ ਹੋਰ ਕੋਈ ਬਹਾਨਾ ਇਹਨਾਂ ਨੂੰ ਮਿਲਣਾ ਨਹੀਂ, ਕਿਉਂਕਿ ਹੋਰ ਕਿਸੇ ਵੀ ਪਾਰਟੀ ਨੇ ਇਸ ਤਰ੍ਹਾਂ ਦਾ ਵਿਚਾਰ ਕਰਕੇ ਕਿ ਵੀ ਨਵੀਂ ਲੀਡਰਸ਼ਿਪ ਆਉਣੀ ਚਾਹੀਦੀ ਹੈ, ਉਹਨਾਂ ਨੇ ਇਸ ਦੇ ਵਿੱਚ ਯੋਗਦਾਨ ਨਹੀਂ ਪਾਉਣਾ।
ਸੋ ਕਈ ਸਾਰੇ ਪਹਿਲੂ ਹੋਣਗੇ ਜਿਨ੍ਹਾਂ ਤੋਂ ਕਿਸਾਨਾਂ ਨੂੰ ਲੜਨਾ ਚਾਹੀਦਾ ਹੈ। ਔਰ ਸਿਰਫ ਇਹੀ ਨਹੀਂ ਕਿ ਐਜੀਟੇਸ਼ਨ ਕਰਕੇ ਤੇ ਅਸੀਂ ਆਪਣੀ ਗੱਲ ਮਨਾਉਣੀ ਹੈ। ਜਦੋਂ ਇਹ ਡੈਮੋਕ੍ਰੇਸੀ ਹੈ, ਲੋਕ ਰਾਜ ਹੈ, ਜਿਸ ਦੇ ਵਿੱਚ ਤੁਸੀਂ ਆਪਣੇ ਆਪ ਤਾਕਤ ਦੇ ਵਿੱਚ ਆ ਕੇ ਆਪਣੇ ਜਿਹੜੇ ਵਿਗੜੀਆਂ ਸਵਾਰ ਸਕਦੇ ਹੋ, ਤਾਂ ਫਿਰ ਤੁਸੀਂ ਲੋਕਾਂ ਦੇ ਹੱਥ ਆਪਣੀ ਡੋਰ ਕਿਉਂ ਛੱਡੋ, ਆਪਣੀ ਮੁਹਾਰ ਕਿਸੇ ਹੋਰ ਦੇ ਹੱਥ ਕਿਉਂ ਦਿਓ। ਉਹ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਇੱਥੇ ਆਇਆ ਤੇ ਉਹਨਾਂ ਨੇ ਹਾਥੀ ਬੜਾ ਸ਼ਿੰਗਾਰ ਕੇ ਸਵਾਰ ਕੇ ਤੇ ਉਹਦੇ ਵਾਸਤੇ ਲਿਆ ਕੇ ਖੜਾ ਕੀਤਾ। ਕਹਿੰਦੇ ਇਹਦੇ ਉੱਤੇ ਬੈਠ ਜਾ, ਦਿੱਲੀ ਦੀ ਸੈਰ ਕਰਾਉਣੇ ਆ। ਉਹ ਬੈਠ ਗਿਆ ਅਹੁਦੇ ਦੇ ਵਿੱਚ ਤੇ ਕਹਿੰਦਾ ਜੀ ਲਗਾਮ ਫੜਾਓ। ਉਹ ਕਹਿੰਦੇ ਵੀ ਲਗਾਮ ਨਹੀਂ ਹੁੰਦੀ ਇਹਦੇ, ਇਹ ਤਾਂ ਮੁਹਾਵਤ ਹੁੰਦਾ, ਉਹ ਹੋਰ ਚਲਾਉਂਦਾ ਆਦਮੀ ਇਸ ਨੂੰ। ਉਹ ਕਹਿੰਦਾ ਵੀ ਮੈਂ ਐਸੀ ਸਵਾਰੀ ਤੇ ਨਹੀਂ ਬੈਠਣਾ ਜਿਹਨੂੰ ਕੋਈ ਹੋਰ ਚਲਾਵੇ। ਉਸ ਵੇਲੇ ਉਤਰ ਗਿਆ। ਸੋ ਇਹਨਾਂ ਨੂੰ ਚਾਹੀਦਾ ਹੈ ਕਿ ਬਜਾਏ ਇਸ ਦੇ ਕਿ ਸਰਕਾਰ ਕੋਈ ਹੋਰ ਚਲਾਵੇ, ਫਿਰ ਤੁਸੀਂ ਉਹਦੇ ਬਰਖਲਾਫ ਲੜੋ ਤੇ ਫਿਰ ਤੁਸੀਂ ਆਪਣੀਆਂ ਮੰਗਾਂ ਮਨਾਓ ਤੇ ਫਿਰ ਤੁਸੀਂ ਤਪੱਸਿਆ ਕਰੋ। ਉਸ ਦੇ ਬਜਾਏ ਤੁਸੀਂ ਆਪਣੇ ਨੌਜਵਾਨ ਲੀਡਰ ਕੱਢੋ ਜਿਹੜੇ ਤੁਹਾਨੂੰ ਸਮਝਦੇ ਹੈ ਤੇ ਜਿਹੜੇ ਕਿ ਤੁਹਾਡੀ ਕੋਈ 15-20 ਸਾਲ ਹੋਰ ਸੇਵਾ ਕਰਨ ਦੇ ਯੋਗ ਹੋਣਗੇ। ਇਹੋ ਜਿਹੇ ਨਵੇਂ ਬੰਦੇ ਪੜ੍ਹੇ ਲਿਖੇ ਤੁਹਾਡੇ ਕੋਲੇ ਹਜ਼ਾਰਾਂ ਲੱਖਾਂ ਅੱਜ ਪਿੰਡਾਂ ਦੇ ਵਿੱਚ ਹੋਣਗੇ। ਇਹੋ ਜਿਹਿਆਂ ਨੂੰ ਕੱਢ ਕੇ ਤੇ ਇਹਨਾਂ ਦੇ ਨਾਲ ਸਾਰੀਆਂ 117 ਸੀਟਾਂ ਦੇ ਉੱਤੇ ਇਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ। ਜੀ ਬਿਲਕੁਲ। ਜਿੱਥੋਂ ਤੱਕ ਗੱਲ ਗੁਰਤੇਜ ਸਿੰਘ ਜੀ ਆਪਣੇ ਉਗਰਾਹਾਂ ਸਾਹਿਬ ਦੀ ਆ, ਡੱਲੇਵਾਲ ਸਾਹਿਬ ਹੋ ਗਏ ਜਾਂ ਹੋਰ ਕਿਸਾਨ ਆਗੂ ਜਿਹੜੇ ਡਕੌਂਦਾ ਯੂਨੀਅਨ ਵਾਲੇ ਨੇ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਇਹਨਾਂ ਸਾਰਿਆਂ ਦੇ ਬਿਆਨ ਸਾਹਮਣੇ ਆ ਰਹੇ ਨੇ ਕਿ ਸਿਆਸਤ ਦੇ ਵਿੱਚ ਨਹੀਂ ਸੀ ਜਾਣਾ ਚਾਹੀਦਾ। ਇਹਦਾ ਕਿੰਨਾ ਕੁ ਅਸਰ ਤੁਸੀਂ ਦੇਖਦੇ ਹੋ ਕਿ ਰਾਜੇਵਾਲ ਸਾਹਿਬ ਦੀ ਜਿਹੜੀ ਧਿਰ ਆ ਉਹਨੂੰ ਕਿੰਨਾ ਕੁ ਅਸਰ ਪੈਣਾ ਆ ਜਦੋਂ ਉਹ ਚੋਣਾਂ ਦੇ ਵਿੱਚ ਉਤਰਨਗੇ, ਮੈਦਾਨ 'ਚ ਉਤਰਨਗੇ? ਕਿਉਂਕਿ ਉਹਨਾਂ ਦਾ ਵੀ ਆਪਣਾ ਇੱਕ ਕੈਡਰ ਆ। ਕਹਿੰਦੇ ਕਿ ਸਿਆਸਤ 'ਚ ਕੈਡਰ ਬੜਾ ਮਾਇਨੇ ਰੱਖਦਾ। ਨਹੀਂ, ਇਹ ਗੱਲ ਉਹਨਾਂ ਦੀ ਦੇਖੋ, ਉਹਨਾਂ ਦਾ ਨਜ਼ਰੀਆ ਹੋ ਸਕਦਾ ਹੈ ਇਸ ਕਿਸਮ ਦਾ, ਲੇਕਿਨ ਇਹ ਤਰਕ ਸੰਗਤ ਨਹੀਂ। ਕਿਸ ਐਂਗਲ ਤੋਂ ਕਹਿ ਰਹੇ ਨੇ ਕਿ ਇਹਨਾਂ ਨੂੰ ਚੋਣਾਂ ਦੇ ਵਿੱਚ ਭਾਗ ਨਹੀਂ ਲੈਣਾ ਚਾਹੀਦਾ। ਦੂਸਰੀ ਗੱਲ ਇਹ ਹੈਗੀ ਕਿ ਲੋਕਾਂ ਦੀ ਲੋਕ ਕੀ ਚਾਹੁੰਦੇ ਨੇ। ਲੋਕ ਤਾਂ ਚਾਹੁੰਦੇ ਨੇ ਕਿ ਕਿਸਾਨ ਚੋਣਾਂ ਦੇ ਵਿੱਚ ਭਾਗ ਲੈਣ ਤੇ ਆਪਣਾ ਜੋ ਵੀ ਉਹਨਾਂ ਦਾ ਮਸਲਾ ਹੈ ਉਹ ਆਪਣੇ ਆਪ ਆਪਣੀ ਹੱਥੀਂ ਆਪਣਾ ਆਪੇ ਕਾਰ ਸਵਾਰੀ ਦੇ ਅਨੁਸਾਰ ਆਪਣੇ ਹੱਥਾਂ ਨਾਲ ਆਪਣਾ ਇਹ ਮਸਲਾ ਹੱਲ ਕਰਨ। ਤੇ ਜਿਹੜਾ ਇਹ ਕਹਿ ਰਹੇ ਨੇ ਕਿ ਨਹੀਂ ਆਉਣਾ ਚਾਹੀਦਾ, ਤਾਂ ਫਿਰ ਉਹ ਕੀ ਵਿਕਲਪ ਦਿੰਦੇ ਨੇ, ਕੀ ਦੱਸਣਗੇ ਵੀ ਕਿਉਂ ਨਹੀਂ ਆਉਣਾ ਚਾਹੀਦਾ। ਜੇ ਚੋਣਾਂ ਦੇ ਵਿੱਚ ਹਰ ਇੱਕ ਆਦਮੀ ਆ ਸਕਦਾ ਹੈ। ਤੁਸੀਂ ਆਹ ਦੇਖ ਰਹੇ ਹੋ ਕਿ ਇਹਨਾਂ ਦੇ ਰਵਾਇਤੀ ਪਾਰਟੀਆਂ ਦਾ ਕੀ ਹਾਲ ਹੈ। ਹਰ ਇੱਕ ਨੂੰ ਅਸੀਂ ਟਰਾਈ ਕਰ ਚੁੱਕੇ ਹਾਂ, ਕਿਸੇ ਨੇ ਸਾਨੂੰ ਬੰਨੇ ਨਹੀਂ ਲਾਇਆ, ਕਿਸੇ ਨੇ ਸਾਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ। ਜਿਹੜਾ ਵੀ ਕੋਈ ਆਉਂਦਾ ਹੈ ਡਾਂਗਾਂ ਬਰਛੀਆਂ ਲੈ ਕੇ ਆਉਂਦਾ ਹੈ ਔਰ ਉਹ ਚਿੱਟੇ ਦੀਆਂ ਬੋਰੀਆਂ ਭਰ ਕੇ ਲਿਆਉਂਦਾ ਹੈ ਤੇ ਉਹ ਜਿੰਨੇ ਵੀ ਨਸ਼ੇ ਵਗੈਰਾ ਵਰਤਾ ਕੇ ਸਾਰੇ ਪੰਜਾਬ ਨੂੰ ਇਹ ਤਬਾਹ ਕਰ ਰਹੇ ਨੇ। ਸਾਡੇ ਬੱਚੇ ਇੱਥੇ ਰਹਿ ਨਹੀਂ ਸਕਦੇ, ਰੋਜ਼ ਦੀ ਰੋਜ਼ ਹਵਾਈ ਜਹਾਜ਼ ਭਰੇ ਜਾ ਰਹੇ ਨੇ ਬਾਹਰ। ਇਹ ਸਾਰੇ ਕਾਸੇ ਦੀ ਜੇ ਠੱਲ ਪਾਉਣੀ ਹੈ ਤਾਂ ਜਿਹੜੇ ਕਿਸਾਨ ਇਸ ਮਸਲੇ ਨੂੰ ਸਮਝਦੇ ਨੇ ਤੇ ਜਿਨ੍ਹਾਂ ਨੇ ਇਸ ਦੇ ਵਾਸਤੇ ਜਦੋਜਹਿਦ ਕੀਤੀ ਹੈ ਉਹਨਾਂ ਨੂੰ ਲੜਨਾ ਚਾਹੀਦਾ ਹੈ। ਜਿਹੜੇ ਨਹੀਂ ਸਹਿਮਤ ਉਹਨਾਂ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਬਾਕੀਆਂ ਨਾਲੋਂ ਤਾਂ ਫਿਰ ਸਾਨੂੰ ਇਹ ਕਿਸਾਨ ਚੰਗੇ ਰਹਿਣਗੇ। ਜਿਹੜੇ ਦੂਸਰੇ ਕਿਸ ਨੂੰ ਇਹ ਵੋਟ ਪਾਉਣਗੇ, ਸੋ ਉਹਨਾਂ ਨੂੰ ਵੀ ਰਲ ਕੇ ਸਾਰਿਆਂ ਨੂੰ, ਚਾਹੇ ਉਹ ਅਸਹਿਮਤ ਹਨ ਚੋਣਾਂ ਦੇ ਵਿੱਚ, ਲੇਕਿਨ ਉਹ ਚੋਣ ਪ੍ਰਕਿਰਿਆ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ। ਵੋਟਾਂ ਇਹਨਾਂ ਨੂੰ ਜ਼ਰੂਰ ਪਾਉਣੀਆਂ ਚਾਹੀਦੀਆਂ ਨੇ। ਜਿਹੜੀ ਇਹ ਅਸਹਿਮਤੀ ਹੈ ਗੁਰਤੇਜ ਸਿੰਘ ਜੀ, ਇਹ ਕਿਹਦੇ ਪੱਖ ਵਿੱਚ ਭੁਗਤਦੀ ਨਜ਼ਰ ਆਉਂਦੀ ਹੈ? ਇਹ ਕਿਹੜੀ ਸਿਆਸੀ ਧਿਰ, ਬੀਜੇਪੀ ਨੂੰ ਇਹਦਾ ਲਾਹਾ ਜਾਂ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਜਾਂ ਅਕਾਲੀ ਦਲ ਨੂੰ? ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਫਿਰ ਵੋਟ ਜਾਣੀ ਹੈ ਨਾ ਕਿਸਾਨਾਂ ਦੀ। ਦੇਖੋ, ਇਹ ਤਾਂ ਜਿਹੜੀ ਅਸਹਿਮਤੀ ਵਾਲੇ ਲੱਗਦੇ ਨੇ, ਇਹਨਾਂ ਦੇ ਹੁਣ ਦੇਖਣ ਨੂੰ ਤਾਂ ਕੋਈ ਲਾਲ ਰੰਗ ਹੈ, ਕੋਈ ਨੀਲਾ ਰੰਗ ਹੈ, ਕੋਈ ਹੋਰ ਰੰਗ ਹੈ, ਲੇਕਿਨ ਇਹ ਜਿਹੜੀ ਜੇ ਇਹ ਵੋਟਾਂ ਇਹਨਾਂ ਨੂੰ ਨਹੀਂ ਪਾਉਂਦੇ ਕਿਸਾਨਾਂ ਨੂੰ, ਤਾਂ ਇਹ ਕਿਸਾਨਾਂ ਤੋਂ ਬਾਅਦ ਤਰਜੀਹ ਦੇਣਗੇ। ਤਾਂ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਅਕਾਲੀ ਦਲ ਹੈ ਇਸ ਨੂੰ ਤਰਜੀਹ ਦੇਣਗੇ ਤੇ ਇਸ ਦੇ ਕਾਰਨਾਮੇ ਆਪਾਂ ਦੇਖ ਚੁੱਕੇ ਹਾਂ। ਅੱਜ ਕੱਲ੍ਹ ਵੀ ਹੁਣ ਇੱਥੇ ਹਾਈ ਕੋਰਟ ਦੇ ਵਿੱਚ ਜੋ ਚੱਲ ਰਿਹਾ ਉਹ ਵੀ ਆਪਾਂ ਦੇਖ ਰਹੇ ਹਾਂ ਤੇ ਇਸ ਦੇ ਵਿੱਚ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ। ਕਿਉਂਕਿ ਜੇ ਫਰਜ਼ ਕਰੋ ਇਹਨਾਂ ਨੇ ਇਹ ਕਾਲ ਵੀ ਦੇ ਦਿੱਤੀ ਕਿ ਫਲਾਨੀ ਪਾਰਟੀ ਨੂੰ ਤੁਸੀਂ ਵੋਟ ਕਰੋ, ਜਾਂ ਅਮਰਿੰਦਰ ਦਾ ਵੀ ਤੁਸੀਂ ਆਪ ਦੇਖ ਚੁੱਕੇ ਹੋ ਵੀ ਕਿਸ ਤਰ੍ਹਾਂ ਦਾ ਕਿਰਦਾਰ ਰਿਹਾ ਹੈ ਪਿਛਲੇ ਸਮਿਆਂ ਦੇ ਵਿੱਚ, ਜਿਸ ਦੇ ਬਾਰੇ ਅਸੀਂ ਲੋਕ ਆਪਣੇ ਬੱਚਿਆਂ ਨੂੰ ਕੋਈ ਫਖਰ ਨਾਲ ਨਹੀਂ ਦੱਸ ਸਕਦੇ ਵੀ ਇਹ ਸਾਡੇ ਲੀਡਰ ਹੋਣਗੇ। ਤਾਂ ਇਹੋ ਜਿਹੇ ਲੋਕਾਂ ਨੂੰ ਜੇ ਵੋਟ ਪਾਉਣ ਵਾਸਤੇ ਕਹਿਣਗੇ ਵੀ ਤਾਂ ਮੁਮਕਿਨ ਹੈ ਕਿ ਸ਼ਾਇਦ ਇਹ ਹੋਵੇ ਕਿ ਉਹ ਲੋਕ ਇਹਨਾਂ ਦੀ ਗੱਲ ਨਾ ਮੰਨਣ। ਜਿਸ ਤਰ੍ਹਾਂ ਸਰਸੇ ਵਾਲੇ ਦੀ ਗੱਲ ਕੋਈ ਨਹੀਂ ਮੰਨਦਾ, ਹਾਲਾਂਕਿ ਉਹ ਐਲਾਨ ਕਰ ਦਿੰਦਾ ਹੈ ਤੇ ਉਹ
ਲੋਕ ਫਿਰ ਵੀ ਹਾਰਦੇ ਹੀ ਰਹਿੰਦੇ ਨੇ ਜਿਹੜੇ ਉਹਦੇ ਖਾਸ ਤੌਰ ਦੇ ਉੱਤੇ ਸਪੋਰਟ ਕੀਤੇ ਹੁੰਦੇ ਨੇ। ਤਾਂ ਇਹੋ ਜਿਹੀ ਨੌਬਤ ਇਹਨਾਂ ਨੂੰ ਨਹੀਂ ਲਿਆਉਣੀ ਚਾਹੀਦੀ। ਇਹਨਾਂ ਨੂੰ ਆਪਣੇ ਭਰਾਵਾਂ ਦੇ ਨਾਲ ਖੜਨਾ ਚਾਹੀਦਾ ਹੈ ਜਿਨ੍ਹਾਂ ਦੇ ਨਾਲ ਸਾਲ ਭਰ ਇਹਨਾਂ ਨੇ ਐਜੂਕੇਸ਼ਨ ਕੀਤੀ ਹੈ ਔਰ ਇਹਨਾਂ ਨੂੰ ਵੇਖਿਆ ਪਰਖਿਆ ਹੈ। ਜੇ ਇਹਨਾਂ ਦੇ ਵਿੱਚ ਕਮਜ਼ੋਰੀਆਂ ਆਉਣਗੀਆਂ ਤਾਂ ਉਹਨਾਂ ਨੂੰ ਅੰਦਰੋਂ ਵੜ ਕੇ ਉਹਨਾਂ ਨੂੰ ਦੂਰ ਕਰਾਓ ਤੇ ਉਹਨਾਂ ਦੇ ਨਾਲ ਰਹੋ। ਇਹ ਸਾਰੇ ਇਹੀ ਪੰਜਾਬ ਦੇ ਜਿਹੜੇ ਹਮਦਰਦ ਹੋਣਗੇ ਉਹ ਇਹੀ ਬੇਨਤੀ ਕਰਨਗੇ ਇਹਨਾਂ ਸਾਰਿਆਂ ਨੂੰ ਕਿ ਇਕੱਠੇ ਹੋ ਕੇ ਲੜੋ। ਬਿਲਕੁਲ। ਜਿੱਥੋਂ ਤੱਕ ਗੱਲ ਤੁਸੀਂ ਕਿਹਾ ਕਿ ਅਕਾਲੀ ਦਲ ਨੂੰ ਤਰਜੀਹ ਦੇਣਗੇ ਜਾਂ ਜਿਹਦਾ ਵੀ ਕੇਡਰ ਹੈ, ਕੋਈ ਕਾਂਗਰਸ ਨੂੰ ਵੀ ਤਰਜੀਹ ਦੇ ਸਕਦਾ ਜਿਹੜੇ ਉਹਨਾਂ ਦੇ ਵਿੱਚ ਬੈਠੇ ਨੇ ਪੰਚ ਸਰਪੰਚ ਜੋ ਵੀ ਉਹਨਾਂ ਦੇ ਹਮਾਇਤੀ ਨੇ, ਪਰ ਇਹ ਕਿੱਥੋਂ ਤੱਕ ਜਾਇਜ਼ ਹੈ ਕਿ ਇਲਜ਼ਾਮ ਇੱਕ ਪਾਸੇ ਸਿਆਸਤ ਦੇ ਵਿੱਚ ਬੜੇ ਵੱਡੇ ਹੁੰਦੇ ਨੇ। ਕਾਂਗਰਸ ਨੇ ਕੀ ਕੁਝ ਕੀਤਾ, ਰਵਨੀਤ ਬਿੱਟੂ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਕਿ ਇੰਨੇ ਵੱਡੇ ਵਾਅਦੇ, ਇੰਨੀਆਂ ਵੱਡੀਆਂ ਫਲੈਕਸਾਂ ਪੰਜਾਬ ਦੇ ਵਿੱਚ ਲੰਮੇ ਚੌੜੇ ਜਿਹੜੇ ਵਾਅਦੇ ਕਰਕੇ ਪ੍ਰਸ਼ਾਂਤ ਕਿਸ਼ੋਰ ਚਲੇ ਗਏ, ਭੁਗਤਣਾ ਸਾਨੂੰ ਪੈ ਰਿਹਾ, ਕੈਪਟਨ ਸਾਹਿਬ ਜੋ ਕਰਦੇ ਰਹੇ ਭੁਗਤਣਾ ਸਾਨੂੰ ਪੈ ਰਿਹਾ। ਅਕਾਲੀ ਦਲ ਉੱਤੇ ਜਿਹੜੇ ਇਲਜ਼ਾਮ ਲੱਗਦੇ ਨੇ ਮਜੀਠੀਆ ਨੂੰ ਲੈ ਕੇ ਜੋ ਕੁਝ ਚੱਲ ਰਿਹਾ, ਬੇਅਦਬੀਆਂ ਦੇ ਮਸਲੇ ਨੇ, ਇਹਦੇ ਬਾਵਜੂਦ ਵੀ ਲੋਕਾਂ ਦਾ ਤਰਜੀਹ ਦੇਣਾ ਇਹ ਕਿੱਥੋਂ ਤੱਕ ਸਹੀ ਆ? ਦੇਖੋ, ਲੋਕ ਨਹੀਂ ਤਰਜੀਹ ਦੇ ਰਹੇ, ਇਹ ਤਾਂ ਲੀਡਰਾਂ ਦੀ ਗੱਲ ਕਰ ਰਹੇ ਸੀ ਆਪਾਂ। ਲੋਕਾਂ ਦੇ ਬਾਰੇ ਤਾਂ ਮੈਨੂੰ ਯਕੀਨ ਹੈ ਕਿ ਇਹ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਚੁੱਕੇ ਨੇ ਔਰ ਉਹ ਫਾਰਸੀ ਦੀ ਕਹਾਵਤ ਹੁੰਦੀ ਹੈ ਕਿ ਆਜ਼ਮੂਦਾਰਾ ਆਜ਼ਮੂਦਨ ਕਸਬੇ ਜ਼ੋਹਲਾਸਤ, ਕਿ ਜਿਹੜੇ ਅਜ਼ਮਾਏ ਹੋਏ ਨੇ ਉਹਨਾਂ ਨੂੰ ਬਾਰ-ਬਾਰ ਅਜ਼ਮਾਈ ਜਾਣਾ ਇਹ ਬੇਵਕੂਫਾਂ ਦਾ ਕੰਮ ਹੈ। ਹੁਣ ਅਸੀਂ ਕਾਂਗਰਸ ਵੀ ਇਹਨਾਂ ਦੀ ਅਜ਼ਮਾ ਲਈ ਹੈ, ਅਕਾਲੀ ਦਲ ਨੂੰ ਕਿੰਨੇ ਵਾਰੀ ਅਜ਼ਮਾ ਚੁੱਕੇ ਹਾਂ, ਕਾਂਗਰਸ ਨੂੰ ਕਿੰਨੇ ਵਾਰੀ, ਆਮ ਆਦਮੀ ਪਾਰਟੀ ਦੇ ਰੰਗ ਢੰਗ ਦੇਖ ਚੁੱਕੇ ਆ। ਔਰ ਆਮ ਆਦਮੀ ਪਾਰਟੀ ਦਾ ਜਿਹੜਾ ਵਰਤਾਰਾ ਹੈ ਉੱਥੇ ਦਿੱਲੀ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਪ੍ਰਤੀ, ਸਿੱਖਾਂ ਪ੍ਰਤੀ, ਦੇਖੋ ਇਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਪਾਣੀ ਦਾ ਅਸੀਂ ਮੁੱਲ ਦਿਆਂਗੇ ਤੇ ਅੱਜ ਤੱਕ ਕੋਈ ਗੱਲ ਨਹੀਂ ਕੀਤੀ। ਔਰ ਇਹ ਸਾਰੀਆਂ ਗੱਲਾਂ ਹੋਰ ਵੀ ਹਨ। ਤਾਂ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਜੇ ਇਹ ਲੀਡਰ ਲੋਕ ਇਹਨਾਂ ਨੂੰ ਕਹਿਣਗੇ ਵੀ ਲੋਕਾਂ ਨੂੰ, ਤਾਂ ਮੇਰਾ ਨਹੀਂ ਖਿਆਲ ਕਿ ਲੋਕ ਇਹਨਾਂ ਨੂੰ ਤਰਜੀਹ ਦੇਣਗੇ। ਲੋਕ ਬੜੇ ਸਿਆਣੇ ਨੇ ਤੇ ਆ ਜਿਹੜਾ ਸਾਲ ਭਰ ਦਾ ਇਹ ਚੱਲਿਆ ਮਸਲਾ ਇਹਨਾਂ ਦਾ, ਕਿਸਾਨਾਂ ਦਾ, ਇਸ ਦੇ ਨਾਲ ਲੋਕਾਂ ਦੀ ਐਜੂਕੇਸ਼ਨ ਬਹੁਤ ਹੋਈ ਹੈ। ਔਰ ਅੱਜ ਮੇਰੇ ਖਿਆਲ ਦੇ ਵਿੱਚ ਸਾਰੇ ਇਸ ਗੱਲ ਦੇ ਉੱਤੇ ਸਹਿਮਤ ਹੋ ਜਾਣਗੇ ਅਖੀਰ ਦੇ ਉੱਤੇ ਆ ਕੇ, ਕਿਉਂਕਿ ਪਹਿਲਾਂ ਥੋੜਾ ਜਿਹਾ ਰੌਲ ਘਚੋਲਾ ਹੁੰਦਾ ਹੀ ਹੈ ਇਲੈਕਸ਼ਨ ਦੇ ਵਿੱਚ। ਅਖੀਰਲੇ ਦਿਨਾਂ ਦੇ ਵਿੱਚ ਸਾਰੇ ਸਹਿਮਤ ਹੋ ਜਾਣਗੇ ਕਿ ਕਿਸਾਨ ਹੀ ਸਾਡੀ ਵੋਟਾਂ ਦੇ ਸਭ ਤੋਂ ਵੱਧ ਹੱਕਦਾਰ ਹੋਣਗੇ, ਜਿਨ੍ਹਾਂ ਨੇ ਇਮਾਨਦਾਰੀ ਨਾਲ ਇਹ ਲੜਿਆ ਸੰਘਰਸ਼ ਤੇ ਜਿੱਤ ਪ੍ਰਾਪਤ ਕੀਤੀ ਹੈ, ਸਾਡੇ ਹੱਕਾਂ ਦੇ ਵਾਸਤੇ ਖੜੇ ਨੇ ਤੇ ਅਗਾਂਹ ਨੂੰ ਸਾਡੇ ਵਾਸਤੇ ਖੜਨਗੇ। ਇਹਨਾਂ ਪਾਰਟੀਆਂ ਦੇ ਵਿੱਚੋਂ ਕਿਸੇ ਦੇ ਯਕੀਨ ਕੀਤਾ ਜਾ ਸਕਦਾ ਹੈ ਵੀ ਇਹ ਲੋਕਾਂ ਵਾਸਤੇ ਖੜਨਗੇ? ਇਹ ਲੋਕ ਤਾਂ, ਇਹਨਾਂ ਦੀਆਂ ਤਾਂ ਪੈਨਸ਼ਨਾਂ ਹੀ ਪੂਰੀਆਂ ਨਹੀਂ ਹੋ ਰਹੀਆਂ, ਕੋਈ 10 ਲੈ ਰਿਹਾ, ਕੋਈ 5 ਲੈ ਰਿਹਾ, ਕੋਈ 9 ਲੈ ਰਿਹਾ, ਔਰ ਇਹ ਲੋਕ ਅਜੇ ਵੀ ਭੁੱਖੇ ਤੇ ਭੁੱਖੇ ਤੁਰੇ ਫਿਰਦੇ ਨੇ। ਹਰ ਇੱਕ ਕਿਸਮ ਦੀ ਲੁੱਟਮਾਰ ਇਹਨਾਂ ਨੇ ਕੀਤੀ, ਹਰ ਆਦਮੀ ਦੇ ਇਹਨਾਂ ਨੇ ਸਿਰ ਦੇ ਵਿੱਚ ਡਾਂਗਾਂ ਮਾਰੀਆਂ ਨੇ ਤੇ ਅਜੇ ਵੀ ਇਹਨਾਂ ਦੇ ਉੱਤੇ ਜੇ ਇਤਬਾਰ ਕਰਨਗੇ ਲੋਕ ਤਾਂ ਫਿਰ ਉਹ ਲੋਕ ਆਪਣੀ ਹੋਣੀ ਨੂੰ ਆਪ ਆਵਾਜ਼ਾਂ ਮਾਰ ਰਹੇ ਨੇ। ਫਿਰ ਕਿਸੇ ਦੇ ਉੱਤੇ ਕੋਈ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ, ਕਿਸੇ ਦੇ ਉੱਤੇ ਕੋਈ ਦੋਸ਼ ਨਹੀਂ ਲਾ ਸਕਦੇ ਕਿ ਇਹ ਸਾਡੇ ਸਿਆਸੀ ਆਗੂ ਸਾਨੂੰ ਠੀਕ ਤਰ੍ਹਾਂ ਨਾਲ ਟਰੀਟ ਨਹੀਂ ਕਰ ਰਹੇ। ਤੇ ਸਿਆਸੀ ਆਗੂ ਤਾਂ ਹੁਣ ਤੁਸੀਂ ਚੁਣਨੇ ਨੇ ਔਰ ਵਧੀਆ ਚੁਣੋ। ਐਸੇ ਟਣਕਾ ਕੇ ਨਵੇਂ ਮੁੰਡੇ, ਵਧੀਆ ਨੌਜਵਾਨ ਬੱਚੇ ਬੱਚੀਆਂ ਜਿਨ੍ਹਾਂ ਨੂੰ ਸੋਝੀ ਹੈ ਸਿਆਸਤ ਦੀ ਤੇ ਜਿਹੜੇ ਕਿਸਾਨਾਂ ਦੇ ਔਰ ਲੋਕਾਂ ਦੇ ਪੱਖ ਦੇ ਵਿੱਚ ਹਨ। ਦੇਖੋ ਕਿਸਾਨ ਕੀ ਹੈ, ਕਿਸਾਨ ਦੇ ਵਿੱਚ ਲੁਹਾਰ ਵੀ ਆ ਜਾਂਦੇ ਹੈ, ਦੁਕਾਨਦਾਰ ਵੀ ਆ ਜਾਂਦੇ ਹੈ, ਆੜਤੀਏ ਵੀ ਆ ਜਾਂਦੇ ਹੈ। ਪੰਜਾਬ ਦਾ ਤਕਰੀਬਨ 70% 80% ਲੋਕ ਤਾਂ ਕਿਸਾਨ ਹੀ ਕਵਾਂਗੇ ਆਪਾਂ। ਥੋੜੇ ਬਹੁਤ ਹੋਣਗੇ ਜਿਹੜੇ ਦੁਕਾਨਦਾਰ ਜਿਨ੍ਹਾਂ ਦਾ ਕੋਈ ਤਲਕ ਨਹੀਂ, ਲੇਕਿਨ ਉਹ ਵੀ ਕਿਸਾਨੀ ਦੇ ਉੱਤੇ ਨਿਰਭਰ ਹੋਣਗੇ। ਸੋ ਇਸ ਪਾਰਟੀ ਨੂੰ ਜਿਤਾਉਣਾ ਮੇਰੇ ਖਿਆਲ ਦੇ ਵਿੱਚ ਜੇ ਇਹ ਕਾਇਮ ਰਹਿੰਦੇ ਨੇ ਤਾਂ ਪੰਜਾਬ ਦੇ ਹਿੱਤ ਦੇ ਵਿੱਚ ਹੋਏਗਾ। ਗੁਰਤੇਜ ਸਿੰਘ ਜੀ, ਜਿਹੜੀ ਕਾਂਗਰਸ ਲਗਾਤਾਰ ਹੁਣੇ ਉਹਨਾਂ 'ਚ ਘਮਾਸਾਨ ਮਚਿਆ ਹੋਇਆ ਕਿ ਚਿਹਰਾ ਕਿਹੜਾ ਅੱਗੇ ਲਿਆ ਕੇ ਲੋਕਾਂ ਦੀਆਂ ਵੋਟਾਂ ਬਟੋਰੀਆਂ ਜਾਣ। ਪਹਿਲਾਂ ਕਹਿੰਦੇ ਕੈਪਟਨ ਸਾਹਿਬ ਦੇ ਸਿਰ ਦੇ ਉੱਤੇ ਜੋ ਕੁਝ ਹੋਇਆ, ਹੁਣ ਨਵਜੋਤ ਸਿੱਧੂ ਜਾਂ ਹੋਰ ਬੜੇ ਚਿਹਰੇ ਕਾਂਗਰਸ ਦੇ ਵਿੱਚ ਬਣੇ ਬੈਠੇ ਨੇ ਇਸ ਘਮਾਸਾਨ ਦੇ ਵਿੱਚ। ਕੀ ਚਿਹਰਾ ਬਦਲਣ ਦੇ ਨਾਲ ਲੋਕਾਂ ਦੀ ਸੋਚ ਬਦਲ ਜੇਗੀ? ਕਿਉਂਕਿ ਇਹ ਉਹੀ ਕਾਂਗਰਸ ਹੈ ਜਿਹਨੇ 2017 'ਚ ਵਾਅਦੇ ਕੀਤੇ ਤੇ ਅੱਜ ਵੀ ਉਵੇਂ ਹੀ ਲਟਕੇ ਪਏ ਨੇ, ਅੱਜ ਵੀ ਸਿਰਫ ਐਲਾਨ ਤੇ ਐਲਾਨ ਹੋ ਰਹੇ ਨੇ। ਇਹ ਕਾਂਗਰਸ ਦਾ ਤਾਂ ਦੇਖੋ ਇਹਨਾਂ ਦਾ ਇੰਟਰਨਲ ਮਸਲਾ ਹੈਗਾ, ਜਿਵੇਂ ਕਰਨਾ ਚਾਹੁੰਦੇ ਨੇ ਕਰਨ। ਲੇਕਿਨ ਜੋ ਸਾਨੂੰ ਬਾਹਰ ਵਾਲਿਆਂ ਨੂੰ ਦਿਸਦਾ, ਜੋ ਪੰਜਾਬ ਵਾਲਿਆਂ ਨੂੰ ਦਿਸ ਰਿਹਾ, ਪੰਜਾਬ ਦਾ ਭਲਾ ਕਦੇ ਕਾਂਗਰਸ ਤੋਂ ਹੋਇਆ ਨਹੀਂ ਅਜੇ ਤੱਕ। ਇਹਨਾਂ ਨੇ ਕੁਝ ਵੀ ਸਾਡੇ ਵਾਸਤੇ ਕੀਤਾ ਨਹੀਂ।
ਉਹ ਚੰਡੀਗੜ੍ਹ ਦੇ ਤੋਂ ਲੈ ਕੇ ਤੇ ਬਾਕੀ ਸਾਰੇ ਵਾਅਦੇ ਇਹਨਾਂ ਦੇ ਹੁਣ ਤੱਕ ਕੋਈ ਵੀ ਵਫਾ ਨਹੀਂ ਹੋਏ ਤੇ ਅਗਾਂਹ ਨੂੰ ਵਫਾ ਹੋਣ ਦੀ ਕੋਈ ਸੰਭਾਵਨਾ ਨਹੀਂ। ਚਿਹਰਾ ਤੁਸੀਂ ਕਿਹੜਾ ਲਿਆਓਗੇ? ਕਪਤਾਨ ਸਾਹਿਬ ਸਮਝਣ ਵੀ ਮੇਰੇ ਚਿਹਰੇ ਨਾਲ ਇਹ ਪਿਛਲੀ ਵਾਰੀ ਇਲੈਕਸ਼ਨ ਜਿੱਤ ਗਏ, ਲੇਕਿਨ ਉਸ ਦੇ ਵਿੱਚ ਜਿਹੜੀ ਦੂਸਰੀ ਧਿਰ ਸੀ ਉਸ ਦੇ ਬਰਖਲਾਫ ਜਿਹੜਾ ਲੋਕਾਂ ਦਾ ਜਜ਼ਬਾ ਸੀ ਉਹ ਵੀ ਕੰਮ, ਉਸਨੇ ਵੀ ਬੜਾ ਵੱਡਾ ਕੰਮ ਕੀਤਾ ਸੀ। ਇਹ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਫਿਰ ਇਹਨਾਂ ਨੇ ਜਿਸ ਤਰ੍ਹਾਂ ਨਾਲ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਸੀ ਔਰ ਗੁਟਕਾ ਹੱਥ ਦੇ ਵਿੱਚ ਲੈ ਕੇ ਤੇ ਤਖਤ ਵੱਲ ਹੱਥ ਕਰਕੇ ਇਹਨਾਂ ਨੇ ਵਾਅਦੇ ਕੀਤੇ ਸਨ, ਉਸਨੇ ਕੁਝ ਲੋਕਾਂ ਨੂੰ ਭਰਮਾ ਲਿਆ ਸੀ। ਇਹੋ ਜਿਹੀਆਂ ਇਹ ਜਿਹੜੀ ਕਾਠ ਦੀ ਹਾਂਡੀ ਹੈ ਇਹ ਬਾਰ-ਬਾਰ ਨਹੀਂ ਚੜ੍ਹਨੀ। ਹੁਣ ਤੁਸੀਂ ਚਿਹਰਾ ਲਿਆਓ, ਕੋਈ ਨਾ ਚਿਹਰਾ ਲਿਆਓ, ਇਹ ਚਿਹਰਿਆਂ ਦੇ ਨਾਲ ਕੀ ਬਣਦਾ ਹੈ? ਅਸੀਂ ਇਹਨਾਂ ਨੂੰ 1947 ਤੋਂ ਇਹਨਾਂ ਦੇ ਚਿਹਰੇ ਵੇਖਦੇ ਆ ਰਹੇ ਹਾਂ, ਇੱਕ ਤੋਂ ਇੱਕ ਕਰੂਰ ਹੋ ਜਾਂਦਾ ਹੈ। ਹੁਣ ਆ ਕਪਤਾਨ ਸਾਹਿਬ ਜਿਉਂ ਦੇ ਗੱਦੀ ਤੋਂ ਲੱਥੇ ਨੇ, ਦੇਖੋ ਕਿਸ ਤਰ੍ਹਾਂ ਦੀ ਇਹਨਾਂ ਦੀ ਦਿੱਖ ਬਣ ਗਈ ਹੈ ਔਰ ਕਿਸ ਤਰ੍ਹਾਂ ਦਾ ਇਹਨਾਂ ਦਾ ਸੁਭਾਅ ਬਣ ਗਿਆ ਔਰ ਕਿਸ ਤਰ੍ਹਾਂ ਇਹ ਲੋਕਾਂ ਨੂੰ ਇਹ ਆਪਣਾ ਆਪ ਪੇਸ਼ ਕਰ ਰਹੇ ਨੇ। ਸੋ ਇਹਨਾਂ ਦੇ ਚਿਹਰਿਆਂ ਦੇ ਉੱਤੇ ਕਿਸੇ ਦੇ ਉੱਤੇ ਨਾ ਜਾਓ। ਤੁਸੀਂ ਦੇਖਿਆ ਕਿ ਮਹਾਭਾਰਤ ਦੀ ਲੜਾਈ ਦੇ ਵਿੱਚ ਜਿਸ ਵੇਲੇ ਦੋ ਸਾਈਡਸ ਖੜੀਆਂ ਹੁੰਦੀਆਂ ਨੇ ਤਾਂ ਇੱਕ ਪਾਸੇ ਕਰਨ ਹੈ, ਕਰਨ ਸਾਰਿਆਂ ਤੋਂ ਇਮਾਨਦਾਰ ਔਰ ਭਲਾ ਮਾਨਸ ਔਰ ਦਾਨਵੀਰ ਔਰ ਵਧੀਆ ਇਨਸਾਨ ਹੈ, ਲੇਕਿਨ ਉਹ ਕੈਰਵਾਂ ਦੇ ਪਾਸੇ ਖੜਾ ਹੈ। ਇਸੇ ਤਰ੍ਹਾਂ ਹੀ ਭੀਸ਼ਮ ਪਿਤਾਮਾ ਹੈ, ਉਹ ਵੀ ਬੜਾ ਸਾਰਿਆਂ ਦਾ ਰਿਸਪੈਕਟਡ ਆਦਮੀ ਹੈ, ਬੜਾ ਵਧੀਆ ਚਿਹਰਾ ਹੈ, ਲੇਕਿਨ ਖੜਾ ਕਰਵਾਂ ਦੇ ਨਾਲ। ਤਾਂ ਇਹ ਜਿਹੜੇ ਮਾੜੀਆਂ ਪਾਰਟੀਆਂ ਦੇ ਨਾਲ ਖੜੇ ਨੇ, ਇਹਨਾਂ ਦੇ ਕਿਹੋ ਜਿਹੇ ਵੀ ਚਿਹਰੇ ਹੋਣ, ਵੈਸੇ ਤਾਂ ਮੈਨੂੰ ਇਹਨਾਂ ਦੇ ਵਿੱਚੋਂ ਅਜੇ ਤਾਈਂ ਬਹੁਤੇ ਕੋਈ ਚੰਗੇ ਲੱਗਦੇ ਨਹੀਂ ਹਨ, ਲੇਕਿਨ ਚਲੋ ਇਹ ਇਹਨਾਂ ਦੀ ਮਰਜ਼ੀ ਹੈ। ਲੇਕਿਨ ਸਾਨੂੰ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹੋ ਜਿਹੇ ਮਰਜ਼ੀ ਚਿਹਰੇ ਲੈ ਕੇ ਆਉਣ, ਇਹ ਜਿਹੜੀ ਪਾਰਟੀ ਹੈ ਇਹ ਪੰਜਾਬ ਦੇ ਨਾਲ ਦੁਸ਼ਮਣੀ ਕਰਦੀ ਆ ਰਹੀ ਹੈ ਔਰ ਇਹਨਾਂ ਨੇ ਕਦੇ ਪੰਜਾਬ ਦੇ ਨਾਲ ਵਫਾ ਨਹੀਂ ਕੀਤਾ। ਕੋਈ ਵੀ ਵਾਅਦਾ ਇਹਨਾਂ ਦਾ ਪੂਰਾ ਨਹੀਂ ਉਤਰਿਆ। ਦੇਖੋ 1920 ਤੋਂ ਲੱਗੇ ਇਹ ਕਹਿਣ ਕਿ ਜੀ ਜਿਹੜੇ ਸਾਰਾ ਮੁਲਕ ਹੈਗਾ ਇਸ ਨੂੰ ਆਜ਼ਾਦੀ ਮਿਲਦਿਆਂ ਸਾਰ ਬੋਲੀ ਦੇ ਆਧਾਰ ਦੇ ਉੱਤੇ ਦੁਬਾਰੇ ਰੀਆਰਗਨਾਈਜ਼ ਕੀਤਾ ਜਾਏਗਾ, ਤੇ ਅਖੀਰ ਦੇ ਉੱਤੇ ਆ ਕੇ ਕਹਿਣ ਲੱਗੇ ਜੈਪੁਰ ਕਾਨਫਰੰਸ ਦੇ ਵਿੱਚ ਇਹਨਾਂ ਨੇ ਇੱਕ ਕਮੇਟੀ ਬਣਾਈ ਜਿਹਦਾ ਨਾਮ ਸੀ JVP ਕਮੇਟੀ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਤੇ ਪਟਾਭਾਈ ਸੀਤਾਰਮਈਆ ਦੀ ਕਮੇਟੀ ਬਣਾਈ ਵੀ ਇਹ ਪੰਜਾਬੀ ਸੂਬਾ ਜਾਂ ਨਾਰਥ ਦੇ ਵਿੱਚ ਰੀਆਰਗਨਾਈਜੇਸ਼ਨ ਹੋਣੀ ਚਾਹੀਦੀ ਹੈ। ਤਾਂ ਉਸਨੇ ਜਵਾਬ ਦਿੱਤਾ ਕਿ ਚਾਹੇ ਸਾਰੇ ਹਿੰਦੁਸਤਾਨ ਦੇ ਵਿੱਚ ਕੁਝ ਵੀ ਕਰੋ, ਲੇਕਿਨ ਨਾਰਥ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ, ਰੀਆਰਗਨਾਈਜੇਸ਼ਨ ਨਹੀਂ ਹੋਣੀ ਚਾਹੀਦੀ। ਸਾਨੂੰ ਪੰਜਾਬੀ ਸੂਬੇ ਦੀ ਇੰਨੀ ਲਹੂ ਡੋਲਵੀਂ ਲੜਾਈ ਲੜਨੀ ਪਈ ਸਿਰਫ ਇਹਨਾਂ ਦੇ ਵਾਅਦਾ ਨਾ ਵਫਾ ਕਰਨ ਦੇ। ਇਹਨਾਂ ਦੇ ਵਾਅਦਿਆਂ ਉੱਤੇ ਅਸੀਂ ਯਕੀਨ ਨਹੀਂ ਕਰ ਸਕਦੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਦਾ ਰਿਕਾਰਡ ਬੜਾ ਮਾੜਾ ਰਿਹਾ ਹੈ, ਤੇ ਇਹਨਾਂ ਦੇ ਚਿਹਰਿਆਂ ਦੇ ਉੱਤੇ ਅਸੀਂ ਯਕੀਨ ਨਹੀਂ ਕਰ ਸਕਦੇ ਕਿਉਂਕਿ ਉਹੀ ਚਿਹਰੇ ਸਨ ਜਿਨ੍ਹਾਂ ਨੂੰ ਅਸੀਂ ਬੜੇ ਪਿਆਰ ਦੇ ਨਾਲ ਆਪਣੇ ਲੀਡਰ ਮੰਨਿਆ ਸੀਗਾ। ਔਰ ਵੱਡੇ ਤੋਂ ਵੱਡੇ ਚਿਹਰੇ ਜਿਹੜੇ ਇਹਨਾਂ ਦੇ ਗਾਂਧੀ ਵਰਗੇ, ਜਿਹੜੇ ਆਪਣੇ ਆਪ ਨੂੰ ਅਹਿੰਸਕ ਕਹਿੰਦੇ ਸਨ, ਉਹਨਾਂ ਨੇ ਸਭ ਤੋਂ ਵੱਧ ਸਾਡੇ ਉੱਤੇ ਹਿੰਸਾ ਕੀਤੀ। ਸੋ ਇਹਨਾਂ ਦੇ ਚਿਹਰਿਆਂ ਦੇ ਉੱਤੇ ਨਹੀਂ ਜਾਣਾ ਚਾਹੀਦਾ, ਕਿਸੇ ਵੀ ਪਾਰਟੀ ਦੇ ਚਿਹਰੇ ਦੇ ਉੱਤੇ ਨਹੀਂ ਜਾਣਾ ਚਾਹੀਦਾ, ਕਿਰਦਾਰ ਦੇ ਉੱਤੇ ਜਾਓ। ਔਰ ਕਿਰਦਾਰ ਉਹਨਾਂ ਦਾ ਐਸਾ ਹੋਣਾ ਚਾਹੀਦਾ ਹੈ ਜਿਹੜਾ ਕਿ ਇਨਸਾਨੀਅਤ ਨੂੰ ਭਾਉਂਦਾ ਹੋਵੇ। ਕੋਈ ਇਹ ਨਹੀਂ ਜ਼ਰੂਰੀ ਵੀ ਉਹ ਸਿੱਖਾਂ ਦੇ ਹੱਕ ਦੇ ਵਿੱਚ ਹੋਵੇ, ਮੁਸਲਮਾਨਾਂ ਦੇ ਹੱਕ 'ਚ ਹੋਵੇ ਜਾਂ ਕਿਸੇ ਹੋਰ ਲੋਕਾਂ ਦੇ ਹੱਕ ਦੇ ਵਿੱਚ ਹੋਵੇ, ਲੇਕਿਨ ਇਨਸਾਨੀਅਤ ਨੂੰ ਭਾਉਂਦਾ ਹੋਵੇ। ਜਿਹੜੇ ਇਨਸਾਨੀਅਤ ਜਿਨ੍ਹਾਂ ਦੇ ਵਿੱਚ ਹੈ ਉਹੋ ਜਿਹੇ ਲੋਕ ਚੁਣੋ, ਜਿਹੜੇ ਪੜ੍ਹੇ ਲਿਖੇ ਨੇ, ਜਿਹੜੇ ਸਮਝਦੇ ਨੇ ਲੋਕ ਰਾਜ ਦਾ ਮਤਲਬ ਕੀ ਹੈ, ਉਹੋ ਜਿਹੇ ਲੋਕ ਚੁਣੋ। ਚਿਹਰਿਆਂ ਦੇ ਪਿੱਛੇ ਮੇਰੇ ਖਿਆਲ ਦੇ ਵਿੱਚ ਬੰਦ ਕਰ ਦੇਣਾ ਚਾਹੀਦਾ। ਇਹ ਚਿਹਰੇ ਵੀ ਇਹ ਜਿਹੜੇ ਕਹਿ ਰਹੇ ਨੇ ਇਹ ਸਿਰਫ ਇਸ ਵਾਸਤੇ ਕਹਿ ਰਹੇ ਨੇ ਕਿਉਂਕਿ ਆਪਣੇ ਆਪ ਇਹ ਸਥਾਪਿਤ ਹੋਏ ਨੇ ਤੇ ਨਵਿਆਂ ਨੂੰ ਇਹ ਨੇੜੇ ਨਹੀਂ ਲੱਗਣ ਦੇਣਾ ਚਾਹੁੰਦੇ। ਇਸ ਕਰਕੇ ਚਿਹਰੇ ਦੀ ਸਿਆਸਤ, ਚਿਹਰੇ ਦਾ ਪੱਤਾ ਖੇਡ ਰਹੇ ਨੇ। ਇਹ ਆਪਾਂ ਨੂੰ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਪੰਜਾਬ ਵਾਲਿਆਂ ਨੂੰ। ਜੀ ਬਿਲਕੁਲ। ਕਾਂਗਰਸ ਨੇ ਜਾਂ ਹੋਰ ਸਿਆਸੀ ਪਾਰਟੀਆਂ ਨੇ ਪੰਜਾਬ ਵਿੱਚ ਰਾਜ ਦੌਰਾਨ ਕੀ ਕੁਝ ਕੀਤਾ ਉਹ ਵੱਖਰੀ ਗੱਲ। ਜਿਹੜੀ ਹੁਣ ਅਕਾਲੀ ਦਲ ਨਾਲੋਂ 9 ਮਾਸ ਦਾ ਰਿਸ਼ਤਾ ਤੋੜ ਕੇ BJP ਜਿਹੜੀ ਆ ਉਹ ਚਾਹੁੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਆਪਣਾ ਜਿਹੜਾ ਉਹ ਦਬਦਬਾ ਬਣਾਈਏ ਤੇ ਪੰਜਾਬ 'ਚ ਸਰਕਾਰ ਬਣਾ ਲਈਏ। ਉਹ ਸਾਰਾ ਕੁਝ ਦੇਣ ਨੂੰ ਕਹਿੰਦੇ ਤਿਆਰ ਬੈਠੇ ਨੇ। ਮਤਲਬ ਕੋਈ ਚਰਚਾਵਾਂ ਨੇ ਕਿ ਜੋ ਕੁਝ ਪੰਜਾਬ ਨੂੰ ਇਹਨਾਂ ਬਾਕੀ ਪਾਰਟੀਆਂ ਨੇ ਨਹੀਂ ਦਿੱਤਾ, ਜਿਹੜੀਆਂ ਵਧੀਕੀਆਂ ਪੰਜਾਬ ਨਾਲ ਹੋਈਆਂ, ਉਹ ਕਹਿੰਦੇ ਉਹਨਾਂ ਸਾਰਿਆਂ ਦਾ ਹਿਸਾਬ ਲਿਆ ਜਾਊਗਾ। ਇੱਕ ਵਾਰ ਮੌਕਾ ਸਾਨੂੰ ਵੀ ਦੇ ਦਿਓ। ਕੇਜਰੀਵਾਲ ਸਾਹਿਬ ਵਾਂਗੂ ਕਹਿੰਦੇ ਅਸੀਂ ਵੀ ਪੰਜਾਬ ਦੇ ਵਿੱਚ ਆਪਣੇ ਪੈਰ ਜਮਾ ਲਈਏ। ਇਹ ਕਿੱਥੋਂ ਤੱਕ ਕੀ ਚਾਹੀਦਾ ਕਿ ਇਹਨਾਂ ਨੂੰ ਇੱਕ ਮੌਕਾ ਦੇ ਦੇਣਾ ਚਾਹੀਦਾ ਆ ਜਾਂ ਕੁਝ ਹੱਦ ਤੱਕ ਦੇ ਦੇਣਾ ਚਾਹੀਦਾ? ਜਿਸ ਤਰ੍ਹਾਂ ਦਾ ਪ੍ਰਭਾਵ ਅੰਦੋਲਨ ਦੇ ਦੌਰਾਨ ਸੀ ਤੇ ਹੁਣ ਜਿਹੜਾ ਆ
ਉਹ ਤਾਂ ਸਾਫ਼ ਹੀ ਦਿਖ ਰਿਹਾ ਕਿ ਕਦੇ ਉਧਰਲੀ ਪਾਰਟੀ ਚੋਂ ਕਦੇ ਉਧਰਲੀ ਚੋਂ ਆ ਕੇ ਬੰਦੇ ਫਿੱਟ ਹੋ ਰਹੇ ਨੇ ਤੇ ਜਿਸ ਤਰ੍ਹਾਂ ਦੇ ਚਲਾਵੇ ਦਿੱਤੇ ਜਾ ਰਹੇ ਨੇ, ਬੰਦੀ ਸਿੱਖਾਂ ਦੇ ਮਸਲੇ ਹੋ ਗਏ ਜਾਂ ਚੰਡੀਗੜ੍ਹ ਦੀਆਂ ਗੱਲਾਂ, ਇਹ ਸਾਰੀਆਂ ਚਰਚਾਵਾਂ ਦੇ ਵਿੱਚ ਹੀ ਨੇ ਕਿ ਸਾਰਾ ਕੁਝ ਬੀਜੇਪੀ ਦੇ ਦੇਗੀ ਪੰਜਾਬ ਨੂੰ, ਜੋ ਕੁਝ ਚਾਹੀਦਾ ਕਰਜ਼ੇ ਮਾਫ ਕਰ ਲਓ, ਜੋ ਵਿਸ਼ੇਸ਼ ਪੈਕੇਜ ਚਾਹੀਦਾ ਸਭ ਕੁਝ ਮਿਲ ਜਾਏਗਾ। ਦੇਖੋ ਜਿਹੜਾ ਹੁਣ ਤੱਕ ਦਾ ਸਾਡਾ ਮਸਲਾ ਹੈ, ਜੋ ਹੁਣ ਤੱਕ ਅਸੀਂ ਸਾਡਾ ਇਤਿਹਾਸ ਹੈ, ਉਸ ਦੇ ਵਿੱਚ ਤਾਂ ਇਹ ਹੈ ਕਿ ਸਾਰਿਆਂ ਤੋਂ ਵੱਡੀ ਅੜਚਨ ਪੰਜਾਬ ਦੇ ਮਸਲੇ ਹੱਲ ਕਰਨ ਦੇ ਵਿੱਚ ਬੀਜੇਪੀ ਨੇ ਪਾਈ ਹੈ, ਔਰ ਇਹਨਾਂ ਦੀ ਜਿਹੜੀ ਸਹਿਯੋਗੀ ਜਮਾਤਾਂ ਆਉਣਗੀਆਂ ਉਹਨਾਂ ਨੇ ਪਾਈਆਂ ਨੇ ਸਾਰਿਆਂ ਤੋਂ ਵੱਡੀਆਂ ਅੜਚਨਾਂ, ਔਰ ਅਜੇ ਤੱਕ ਇਹਨਾਂ ਦੀਆਂ ਅੜਚਨਾਂ ਜਾਰੀ ਹੁੰਦੀਆਂ। ਦੇਖੋ ਲੋਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਕਾਨੂੰਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣ ਦੇ ਹੱਕ ਦੇ ਵਿੱਚ ਨਹੀਂ। 7 ਸਾਲ ਤੋਂ ਇਹਨਾਂ ਦੀ ਸਰਕਾਰ ਚੱਲ ਰਹੀ ਹੈ, 5 ਸਾਲ ਪਹਿਲਾਂ ਵੀ ਚੱਲ ਚੁੱਕੀ ਹੈ, ਲੇਕਿਨ ਇਹਨਾਂ ਨੇ ਕਿਸੇ ਇੱਕ ਬੰਦੇ ਨੂੰ ਵੀ ਇਸ ਆਧਾਰ ਦੇ ਉੱਤੇ ਨਹੀਂ ਛੱਡਿਆ ਵੀ ਇਹ ਕਾਨੂੰਨ ਦੇ ਅਨੁਸਾਰ ਇਸ ਦੀ ਸਜ਼ਾ ਖਤਮ ਹੋ ਗਈ ਤੇ ਇਸ ਨੂੰ ਕੈਦ ਤੋਂ ਮੁਕਤ ਕੀਤਾ ਜਾਵੇ। ਦੂਸਰੀ ਗੱਲ ਇਹ ਕਿ ਪੰਜਾਬੀ ਸੂਬੇ ਦੇ ਹੱਕ ਦੇ ਵਿੱਚ ਸਾਰੇ ਪੰਜਾਬ ਦੇ ਲੋਕ ਸਨ ਜਿੰਨੇ ਵੀ ਪੰਜਾਬੀ ਬੋਲਦੇ, ਲੇਕਿਨ ਇਹਨਾਂ ਦਾ ਜਿਹੜਾ ਸਰੂਪ ਸੀਗਾ ਉਸ ਵੇਲੇ ਜਨਸੰਘ ਦਾ ਚਿਹਰਾ ਸੀ ਇਹਨਾਂ ਦਾ, ਤੇ ਇਹਨਾਂ ਨੇ ਜਾ ਕੇ ਹਰ ਜਗ੍ਹਾ ਦੇ ਉੱਤੇ ਪ੍ਰਚਾਰ ਕੀਤਾ ਵੀ ਤੁਸੀਂ ਆਪਣੀ ਬੋਲੀ ਹਿੰਦੀ ਲਿਖਵਾਓ। ਸਾਡੇ ਐਡੇ ਵੱਡੇ ਪੰਜਾਬ ਨੂੰ ਇਹਨਾਂ ਨੇ ਛੋਟਾ ਜਿਹਾ ਕਰਕੇ ਇੱਕ ਛੋਟੀ ਜਿਹਾ ਸਟੇਟ ਬਣਾ ਦਿੱਤਾ, ਨਹੀਂ ਤਾਂ ਪੰਜਾਬ ਕਿੱਥੋਂ ਤੱਕ ਜਾਣਾ ਸੀ। ਜਿਹੜੇ ਪੰਜਾਬ ਦੇ ਇਲਾਕੇ ਹਨਗੇ ਪੰਜਾਬੀ ਬੋਲਦੇ, ਉਹਨਾਂ ਦੇ ਵਿੱਚ ਇਹ ਬਰਖਲਾਫ ਖੜੇ ਸੀ ਸਾਡੇ। ਯਾਨੀ ਕਿਹੜੀ ਗੱਲ ਸੀ ਜਿਸ ਦੇ ਵਿੱਚ ਅਸੀਂ ਭਰੋਸਾ ਕਰੀਏ ਕਿ ਐਤਕੀ ਵਾਰੀ ਪਾਵਰ ਦੇ ਵਿੱਚ ਆ ਕੇ ਇਹ ਸਾਡੇ ਹੱਕ ਦੇ ਵਿੱਚ ਗੱਲ ਕਰਨਗੇ। ਮੈਨੂੰ ਤਾਂ ਇਹਨਾਂ ਦੇ ਉੱਤੇ ਰਤਾ ਭਰ ਵੀ ਯਕੀਨ ਨਹੀਂ, ਤੇ ਮੇਰਾ ਖਿਆਲ ਹੈ ਕਿ ਜਿਹੜੇ ਪੰਜਾਬੀ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ, ਦੇਖੋ ਦਰਬਾਰ ਸਾਹਿਬ ਤੇ ਹਮਲੇ ਦੇ ਉੱਤੇ ਵੀ ਇਹ ਉਸ ਦੇ ਹੱਕ ਦੇ ਵਿੱਚ ਸਨ, ਔਰ ਇਹਨਾਂ ਨੇ ਕ੍ਰੈਡਿਟ ਲਿਆ ਕਿ ਅਸੀਂ ਲੋਕਾਂ ਨੇ ਜਾ ਕੇ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਕਿ ਉਹ ਹਮਲਾ ਕਰੇ। ਤਾਂ ਇਹੋ ਜਿਹੇ ਜੇ ਅਮਾਨਵੀ ਕੰਮ ਜਿਹੜੇ, ਦੇਖੋ ਦਰਬਾਰ ਸਾਹਿਬ ਤਾਂ ਸਾਰੀ ਦੁਨੀਆ ਦਾ ਸਾਂਝਾ ਹੈ, ਤੇ ਉਸ ਦੇ ਉੱਤੇ ਹਮਲਾ ਕਰਕੇ ਉੱਥੇ ਇਕੱਤਰ ਹੋਏ ਜਿਹੜੇ ਗੁਰਪੁਰਬ ਮਨਾਉਣ ਵਾਸਤੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਜਿਹੜੇ ਲੋਕ ਸਨ, ਉਹਨਾਂ ਦੇ ਉੱਤੇ ਹਮਲੇ ਕਰਕੇ ਉਹਨਾਂ ਨੂੰ ਮਾਰਨਾ, ਔਰ ਇਸ ਇੱਕ ਬਹਾਨਾ ਬਣਾ ਕੇ ਸੰਤ ਜਰਨੈਲ ਸਿੰਘ ਦਾ, ਜਿਸ ਦੇ ਬਰਖਲਾਫ ਅੱਜ ਤੱਕ ਇਹ ਕੋਈ ਵੀ ਦੋਸ਼ ਆਇਦ ਨਹੀਂ ਕਰ ਸਕੇ। ਤਾਂ ਇਹ ਜਿਵੇਂ ਉਹ ਸਦਾਮ ਹੁਸੈਨ ਨੂੰ ਮਾਰਿਆ ਇਹਨਾਂ ਨੇ, WMD ਇਹ ਵੈਪਨਸ ਆਫ ਮੈਸ ਡਿਸਟਰਕਸ਼ਨ ਇਹਦੇ ਕੋਲ ਹੀ ਹੈਗੇ, ਇਹੋ ਜਿਹੀਆਂ ਗੱਲਾਂ ਕਰਕੇ ਇਹਨਾਂ ਨੇ ਸਾਡੇ ਉੱਤੇ ਹਮਲਾ ਕੀਤਾ, ਸਾਡੇ ਦਿਲ ਦੇ ਉੱਤੇ। ਤਾਂ ਇਹੋ ਜਿਹੇ ਲੋਕਾਂ ਦਾ ਕੀ ਦਵਾਰ ਹੈ, ਅੱਜ ਕੀ ਕਰਨਗੇ? ਮੇਰੇ ਤੇ ਖਿਆਲ ਦੇ ਵਿੱਚ ਉਹੀ ਕੁਝ ਕਰਨਗੇ। ਹੁਣ ਕੱਲ ਪਰਸੋਂ ਦੀ ਗੱਲ ਹੈ, ਉੱਥੇ ਉਹਨਾਂ ਨੂੰ ਦਿੱਲੀ ਲਖੀਮਪੁਰ ਖੇਰੀ ਦੇ ਵਿੱਚ ਉਹਨਾਂ ਨੂੰ 4-5 ਕਿਸਾਨਾਂ ਨੂੰ ਦਰੜ ਕੇ ਮਾਰਤਾ, ਕਈ ਸਾਰਿਆਂ ਨੂੰ ਜ਼ਖਮੀ ਕੀਤਾ, ਤੇ ਮਿਨਿਸਟਰ ਬਣੇ ਹੋਏ ਨੇ, ਕੋਈ ਹੋਮ ਡਿਪਾਰਟਮੈਂਟ ਇਸ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਿਹਾ। ਸੋ ਇਹ ਗੱਲਾਂ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਤਾਂ ਹੋਰ ਹੋਣਗੀਆਂ, ਲੇਕਿਨ ਲੋਕਾਂ ਨੂੰ ਆਪਣੇ ਆਪ ਆਪਣਾ ਵਿਵੇਕ ਵਰਤਣਾ ਚਾਹੀਦਾ ਹੈ। ਰੋਜ਼ ਆਪਾਂ ਅਰਦਾਸ ਕਰਦੇ ਹਾਂ, ਦੀਜੇ ਬੁੱਧ ਵਿਵੇਕਾ, ਪ੍ਰਮਾਤਮਾ ਦੇ ਸਾਹਮਣੇ ਉਹ ਵਿਵੇਕ ਬੁੱਧੀ ਇਹੀ ਕਹਿੰਦੀ ਹੈ ਵੀ ਤੁਸੀਂ ਤਰਕ ਦੀ ਲੀਹ ਦੇ ਉੱਤੇ ਪੈ ਕੇ ਤੇ ਲੋਕਾਂ ਦਾ ਅਸੈਸਮੈਂਟ ਕਰੋ, ਪਿਛਲੇ ਸਮਿਆਂ ਦੇ ਵਿੱਚ ਕਿਵੇਂ ਰਹੇ ਨੇ, ਅੱਗੋਂ ਕੀ ਸੰਭਾਵਨਾ ਹੈ। ਤੇ ਨਹੀਂ ਤਾਂ ਫਿਰ ਜੇ ਤੁਸੀਂ ਬਾਰ-ਬਾਰ ਅਜਮਾਉਣਾ ਤਾਂ ਫਿਰ ਆਪਾਂ ਨੂੰ ਮੂਰਖਾਂ ਦਾ ਹੀ ਰਤਬਾ ਮਿਲ ਸਕਦਾ ਹੈ। ਜਿਹੜੇ ਵੱਡੇ ਜਿਹੜੀ ਆਮ ਆਦਮੀ ਪਾਰਟੀ ਹੈ, ਇਸ ਦੇ ਬਾਰੇ ਆਪਾਂ ਗੱਲ ਕਰ ਹੀ ਚੁੱਕੇ ਹਾਂ। ਦੇਖੋ ਇਹਨਾਂ ਦਾ ਕੋਈ ਇੰਟੈਂਸ਼ਨ ਨਹੀਂ। ਹੁਣ ਪਿੱਛੇ ਜੇ ਗੱਲ ਚੱਲਦੀ ਸੀਗੀ, ਕਹਿੰਦੇ ਜੀ ਕੇਜਰੀਵਾਲ ਕਹਿੰਦਾ ਹੈ ਕਿ ਜੀ ਸਾਨੂੰ ਕਹਿੰਦੇ ਆ ਵੀ ਇਹ ਹਿੰਦੂਤਵ ਦੀ B ਟੀਮ ਬਣ ਗਈ। ਕਹਿੰਦਾ ਅਸੀਂ B ਟੀਮ ਨਹੀਂ, ਹਾਂ ਅਸੀਂ A ਟੀਮ। ਹੁਣ ਦੱਸੋ ਇਹਨਾਂ ਦਾ ਕੀ ਕਰੀਏ, ਜਿਹੜੀ ਕਿ ਜਿਹੜੇ ਬੰਦੇ ਸੰਵਿਧਾਨ ਸਾਡਾ ਆਈਨ ਹੈ ਉਹ ਸੈਕੂਲਰ ਹੈ, ਸਾਰਿਆਂ ਵਾਸਤੇ ਬਰਾਬਰ ਹੈ, ਇਹ ਹਿੰਦੂਤਵ ਦੀ A ਟੀਮ ਬਣੇ ਫਿਰਦੇ ਨੇ। ਹੁਣ ਇਹਨਾਂ ਦਾ ਕੀ ਇਲਾਜ ਕਰੀਏ? ਇਹਨਾਂ ਨੂੰ ਇਹ ਗੱਲ ਕਹਿਣ ਦਾ ਕੀ ਹੱਕ ਬਣਦਾ ਸੀ, ਔਰ ਕਿਸ ਤਰ੍ਹਾਂ ਨਾਲ ਇਹ ਲੋਕਾਂ ਦੇ ਹੱਕ ਦੇ ਵਿੱਚ ਹੈ? ਹਿੰਦੂ ਇੱਥੇ ਰਹਿੰਦੇ ਨੇ, ਬੜੀ ਖੁਸ਼ੀ ਨਾਲ ਰਹਿਣ। ਦੇਖੋ ਇਹ ਮੁਲਕ ਕਿਸੇ ਇੱਕ ਕੌਮ ਦਾ ਨਹੀਂ, ਇੱਕ ਲੋਕਾਂ ਦਾ ਨਹੀਂ, ਇੱਕ ਫਿਰਕੇ ਦਾ ਨਹੀਂ, ਇਹ ਸਾਰਿਆਂ ਦਾ ਸਾਂਝਾ ਮੁਲਕ ਹੈ। ਇਸ ਦੇ ਵਾਸਤੇ ਸਾਰਿਆਂ ਤੋਂ ਵੱਧ ਕੁਰਬਾਨੀਆਂ ਅਸੀਂ ਕੀਤੀਆਂ ਨੇ, ਤੇ ਲੇਕਿਨ ਅਸੀਂ ਕੋਈ ਕਿਸੇ ਤੇ ਆਸਾਨ ਨਹੀਂ ਕੀਤਾ, ਅਸੀਂ ਆਪਣਾ ਸਮਝ ਕੇ ਇਸ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਸਨ। ਇਹਨਾਂ ਨੇ ਸਾਨੂੰ ਬੇਗਾਨਾ ਸਮਝਿਆ, ਉਹ ਇਹਨਾਂ ਦੀ ਮਰਜ਼ੀ ਹੈ।
ਲੇਕਿਨ ਇਹ ਲੋਕ ਜੇ ਹੁਣ ਇਹ ਕਹਿਣ ਕਿ ਜੀ ਅਸੀਂ ਹਿੰਦੂ ਨੇਸ਼ਨ ਬਣਾਉਣਾ ਹੈ ਤੇ ਅਸੀਂ ਏ ਟੀਮ ਆ ਤੇ ਅਸੀਂ ਉਸ ਨੂੰ ਸਪੋਰਟ ਕਰੀਏ, ਤਾਂ ਫਿਰ ਅਸੀਂ ਆਪਣੇ ਪੈਰਾਂ ਦੇ ਉੱਤੇ ਕੁਹਾੜੀ ਮਾਰਨ ਵਾਲੇ ਗਿਣੇ ਜਾਵਾਂਗੇ। ਬਿਲਕੁਲ ਬਿਲਕੁਲ। ਤੇ ਜਿਹੜੇ ਵੱਡੇ ਸਿੱਖ ਆਗੂ ਬੀਜੇਪੀ ਦੇ ਮਗਰ ਤੁਰੇ ਫਿਰਦੇ ਨੇ, ਉਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਉਹ ਵੀ ਕਹਿੰਦੇ ਕਿ ਮਸਲੇ ਹੱਲ ਕਰਾ ਕੇ ਛੱਡਾਂਗੇ ਪੰਜਾਬ ਦੇ ਸਿੱਖਾਂ ਦੇ, ਕਰਵਾ ਲੈਣੇ ਚਾਹੀਦੇ ਨੇ। ਇਹੋ ਜਿਹੇ ਲਾਰੇ ਲੱਪੇ ਤਾਂ ਇਹਨਾਂ ਨੂੰ ਲਾਏ ਹੋਣਗੇ ਬਈ ਹਾਂ ਅਸੀਂ ਕਰ ਦਿੰਦੇ ਹਾਂ ਸਾਰੇ ਮਸਲੇ ਹੱਲ। ਮਸਲੇ ਹੱਲ ਤਾਂ ਕੋਈ ਕਰੇ, ਪਹਿਲਾਂ ਮਸਲੇ ਤਾਂ ਡਿਫਾਈਨ ਕਰ ਲਓ ਕਿਹੜੇ ਮਸਲੇ ਹਨਗੇ। ਜੇ ਤੁਸੀਂ ਕਹਿ ਦਿਓ ਜੀ ਤਾਂ ਤੁਹਾਨੂੰ ਅਸੀਂ ਇੱਥੇ ਇੱਕ ਫਲਾਣੇ ਲੰਗਰ ਦੀ ਜਿਹੜਾ ਟੈਕਸ ਲਾਉਣੇ ਆ ਉਸ ਤੋਂ ਛੋੜ ਦਿੰਦੇ ਆ, ਤਾਂ ਇਹ ਕੋਈ ਸਾਡਾ ਮਸਲਾ ਨਹੀਂ ਹੈ। ਸਾਡੇ ਮਸਲੇ ਬੜੇ ਗੰਭੀਰ ਹਨਗੇ। ਉਹਨਾਂ ਮਸਲਿਆਂ ਨੂੰ ਹੱਲ ਕਰਨ ਵਾਸਤੇ ਇਹ ਪਹਿਲਾਂ ਸ਼ੁਰੂ ਕਰ ਦੇਣ ਰਾਈਪੇਰੀਅਨ ਸਟੇਟ ਤੋਂ। ਸਾਡੇ ਇੱਕ ਦਰਿਆ ਸਾਡੇ ਹਨਗੇ, ਇਹ ਸਾਡਾ ਹੱਕ ਮੰਨਣ। ਜਿਹੜੀ ਸਾਡਾ ਆਇਨ ਹੈ ਉਹ ਸਾਡਾ ਹੱਕ ਮੰਨਦਾ ਹੈ, ਇਹ ਮੰਨ ਲੈਣ ਵੀ ਹਾਂ ਇਹਨਾਂ ਦਾ ਹੱਕ ਹੈਗਾ। ਚੰਡੀਗੜ੍ਹ ਪੰਜਾਬ ਵਾਸਤੇ ਬਣਾਇਆ ਗਿਆ ਸੀਗਾ, ਇਹ ਕਹਿਣ ਵੀ ਹਾਂ ਇਹਨਾਂ ਦਾ ਹੱਕ ਹੈ। ਇਹ ਇਸ ਤਰ੍ਹਾਂ ਨਾਲ ਇਹ ਸ਼ੁਰੂਆਤ ਕਰਨ, ਕੁਝ ਕਰਕੇ ਦਿਖਾਉਣ, ਤਾਂ ਉਸ ਤੋਂ ਬਾਅਦ ਕੋਈ ਗੱਲ ਕੀਤੀ ਜਾ ਸਕਦੀ ਹੈ। ਲੇਕਿਨ ਇਹਨਾਂ ਨੇ ਮਸਲੇ ਸਾਡੇ ਸਮਝੇ ਕਿੱਥੇ ਨੇ? ਕਿਹਨੇ ਇਹਨਾਂ ਨੂੰ ਦੱਸਿਆ ਵੀ ਕਿਹੜੇ ਮਸਲੇ ਹਨਗੇ ਪੰਜਾਬ ਦੇ? ਕਿਹਨਾਂ ਨੂੰ ਇਹਨਾਂ ਨੇ ਕੰਸਲਟ ਕੀਤਾ? ਜਿਹੜੇ ਇਹਨਾਂ ਦੇ ਨਾਲ ਲੱਗੇ ਰਹੇ 5 ਸਾਲ 10 ਸਾਲ 9 ਮਾਸ ਦਾ ਰਿਸ਼ਤਾ ਬਣਾ ਕੇ, ਉਹਨਾਂ ਨੂੰ ਤਾਂ ਇਹਨਾਂ ਨੇ ਓਬਲਾਈਜ਼ ਨਹੀਂ ਕੀਤਾ। ਉਹਨਾਂ ਦੇ ਵਾਸਤੇ ਤਾਂ ਇਹਨਾਂ ਨੇ ਮਸਲੇ ਹੱਲ ਨਹੀਂ ਕੀਤੇ। ਉਸ ਤੋਂ ਪਹਿਲਾਂ ਬਰਨਾਲਾ ਕਾਂਗਰਸ ਦੇ ਨਾਲ ਲੱਗਿਆ ਰਿਹਾ, ਕਾਂਗਰਸ ਵਾਲਿਆਂ ਨੇ ਵਾਅਦੇ ਕਰਕੇ ਕੋਈ ਮਸਲਾ ਹੱਲ ਨਹੀਂ ਕੀਤਾ। ਸੋ ਇਹ ਸਾਡੇ ਮਸਲੇ ਹੱਲ ਕਰਨ ਦਾ ਝਾਂਸਾ ਜਿਹੜਾ ਹੈ, ਇਹ ਸਾਨੂੰ ਬਹੁਤ ਦੇਰ ਤੋਂ ਮਿਲਦਾ ਆ ਰਿਹਾ ਹੈ ਤੇ ਕਦੇ ਵੀ ਇਹ ਵਾਅਦੇ ਵਫਾ ਨਹੀਂ ਹੋਏ। ਤੇ ਮੈਨੂੰ ਨਹੀਂ ਲੱਗਦਾ ਕਿ ਇਹ ਚੋਣਾਂ ਤੋਂ ਬਾਅਦ ਕਿਸੇ ਨੇ ਇਹ ਗੱਲ ਪੁੱਛਣੀ ਵੀ ਹੈ ਕਿ ਇਹੋ ਜਿਹੇ ਵਾਅਦੇ ਅਸੀਂ ਕੀਤੇ ਸੀਗੇ ਜਾਂ ਅਸੀਂ ਤੁਹਾਡੇ ਵਾਸਤੇ ਕਰਨਾ ਚਾਹੁੰਦੇ ਹਾਂ, ਮਸਲਾ ਹੱਲ ਕਰਨਾ ਚਾਹੁੰਦੇ ਹਾਂ। ਜੇ ਹੱਲ ਕਰਨਾ ਚਾਹੁੰਦੇ ਹੋਣ ਤਾਂ ਸਾਰੇ ਆਇਨ ਦੇ ਅਨੁਸਾਰ ਸਾਡੇ ਬਿਲਕੁਲ ਸਹੀ ਮਸਲੇ ਹਨਗੇ, ਇਹਨਾਂ ਨੂੰ ਉਸੇ ਵੇਲੇ ਹੱਲ ਕਰ ਦੇਣਾ ਚਾਹੀਦਾ ਹੈ। ਇਹ ਕਿਸੇ ਨੂੰ ਪੁੱਛਣ ਦੀ ਕਿਹੜੀ ਲੋੜ ਹੈ ਇਹਦੇ ਵਿੱਚ? ਇਹ ਲੋਕਾਂ ਨਾਲ, ਆਮ ਲੋਕਾਂ ਨਾਲ ਕੰਸਲਟ ਕਰਕੇ ਤੇ ਆਪਣੇ ਜਿਹੜਾ ਫੈਸਲਾ ਉਹ ਕਰ ਦੇਣ। ਇਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ। ਉਸ ਤੋਂ ਬਾਅਦ ਅਸੀਂ ਸੋਚਾਂਗੇ ਕਿ ਇਹਨਾਂ ਨੂੰ ਕਿਵੇਂ ਸਮਝਣਾ। ਜੀ ਸ਼ੁਕਰੀਆ, ਧੰਨਵਾਦ ਤੁਹਾਡਾ ਗੁਰਤੇਜ ਸਿੰਘ। ਤੁਹਾਡਾ ਵੀ ਸ਼ੁਕਰੀਆ ਸੁਖਵਿੰਦਰ ਜੀ, ਥੈਂਕ ਯੂ ਸੋ ਮਚ। ਸੋ ਮੇਰੇ ਨਾਲ ਮੌਜੂਦ ਸਨ ਸਾਬਕਾ ਆਈਏਐਸ ਸਰਦਾਰ ਗੁਰਤੇਜ ਸਿੰਘ। ਮੌਜੂਦਾ ਸਿਆਸੀ ਹਾਲਾਤਾਂ ਦੇ ਉੱਤੇ ਚਰਚਾ ਕੀਤੀ ਹੈ। ਰਾਜੇਵਾਲ ਸਾਹਿਬ ਕੀ ਫੈਸਲੇ ਲੈ ਰਹੇ ਨੇ, ਆਮ ਆਦਮੀ ਪਾਰਟੀ, ਬੀਜੇਪੀ, ਕਾਂਗਰਸ, ਅਕਾਲੀ ਦਲ, ਸਾਰਿਆਂ ਨੇ ਸਿਆਸੀ ਖਿਲਾਰਾ ਜਿਹੜਾ ਪੰਜਾਬ ਦੇ ਵਿੱਚ ਪਾਇਆ ਹੋਇਆ। 2022 ਦੇ ਵਿੱਚ ਸਮੇਟਿਆ ਜਾਣਾ ਹੈ। ਜਦੋਂ ਇਲੈਕਸ਼ਨ ਚੋਣਾਂ ਦੇ ਨਤੀਜੇ ਆਉਣਗੇ, ਪਤਾ ਲੱਗ ਜਾਣਾ ਕਿ ਕੌਣ ਪੰਜਾਬ ਪੱਖੀ ਹੈ ਤੇ ਕੌਣ ਆਪਣੀ ਸਿਆਸਤ ਦਾ ਪੱਖੀ ਹੈ, ਕੁਰਸੀ ਬਚਾਉਣ ਵਿੱਚ ਲੱਗਿਆ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।